जी पंजाब विच केड़ी जगह आए सी। गुरु जी पंजाब विच केड़ी जगह आए सी। पैर ते अंगूठे नाल पत्थर हिलाए सी। ਇਹ ਪਵਿੱਤਰ ਸਥਾਨ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮਨਮੋਹਕ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸੁਸ਼ੋਭਿਤ ਹੈ। ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਲੋਕਾਈ ਦਾ ਉਦਾਰ ਕਰਨ ਲਈ 4 ਸਾਲ 2 ਮਹੀਨੇ 11 ਦਿਨ ਰਹੇ। ਸ੍ਰੀ ਗੁਰੂ ਰਵਿਦਾਸ ਜੀ ਦੁਨੀਆ ਦੇ ਉਦਾਰ ਲਈ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਰਹਿ ਰਹੇ ਸਨ ਤੇ ਹਮੇਸ਼ਾ ਪ੍ਰਭੂ ਦੀ ਬੰਦਗੀ 'ਚ ਲੀਨ ਰਹਿੰਦੇ ਸਨ। ਇਹ ਇਲਾਕਾ ਗੁਰੂ ਜੀ ਦੀ ਕਿਰਪਾ ਨਾਲ ਖੁਸ਼ਹਾਲ ਹੋਣ ਲੱਗਾ। गुरु जी की अपार कृपा नाल बह रहे झरने ते सरोवर च संगत इशनान करके अपना जीवन सफला करती है। संगतां दी सहूलत लई लंगर निरंतर चलता है, जिथे देश विदेश तो श्रद्धालु अपना वध तो वध योगदान पाउंदे रहिंदे हन। देश विदेश तो इत्थे हर रोज संगत नतमस्तक होकर गुरु घर दीआं खुशियां प्राप्त करती है। इत्थे सरोवर ते इमारत का निर्माण शुरू है, जिस लई देश विदेश की संगत अपना योगदान ते सेवा कर रही है। सारा दिन इत्थे श्री गुरु रविदास जी की महिमा के गुणगान होंदे हन। गुरु घर की कमेटी के मुख्य काम हन समाज में फैलियां बुराइयां दूर करना, खूनदान कैंप, अखां दे कैंप लगाने आदि हन। इत्थे मैडिकल कॉलेज और तकनीकी कॉलेज खोलण का विचार है। इस दे नाल ही सब धर्मां दा सत्कार करते हुए श्री गुरु रविदास महाराज के मिशन बेगमपुरा नूं घर घर पहुंचाउणा है। गुरु घर बारे ताज़ा जानकारी लिए महीनावार पेपर आ धर्म पत्रिका भी शुरू किया गया है। जो बोले सो निरभय श्री सतगुरु रविदास महाराज की जय। ऐसा चाहूँ राज में जहाँ मिले सबन को अन्न, छोट बड़े सब सम बसे, रविदास रहे प्रसन्न। क्या मथुरा क्या द्वारका, क्या काशी हरिद्वार, रविदास खोजा दिल अपना, तो मिलया दिलदार। हर सो हीरा छाड़ के करे आन की आस, तीन नर दोजक जाएंगे, सत पाखे रविदास। आद से प्रगट भया, भया ना जाको अंत, सत आद धर्म रविदास का, विरला जाने संत। एक सोहं सतनाम जियो, सतनाम सतनाम जियो। गुरु प्यारी गुरु सवारी साध संगत जियो, आओ आपां सतगुरु रविदास महाराज के इतिहासिक धर्म स्थान चरणछोह गंगा अमृत कुंड सचखंड साहिब श्री खुरालगढ़ साहिब के दर्शन दीदार करते हैं। ये जो इतिहासिक धर्म स्थान सतगुरु रविदास महाराज जी का अज जो संगत के पास है, जिथे संगत वड्डी गिणती विच गुरु पातशाह नूं नतमस्तक होंदी है, इस स्थान ते संगतां वल्लों ही लंगरां दी सेवा की जाती है। संगत ही लियाउंदी है, संगत ही पकाउंदी है अते संगत ही छकदी है। तो गुरु प्यारे साध संगत जी, ये इतिहासिक धर्म स्थान सानू 500 साल मिलिया ही नहीं। इतिहास दे विच इस दा वर्णन किते सानू नज़र नहीं आउंदा, क्योंकि राजे महाराजिਆਂ ने गुरु रविदास महाराज नूं अपना गुरु स्वीकार किया है। ये इतिहास जो बोलता है, जो सियाणे बजुर्गों तो अगे
ਕਹਾਵਤ ਚੱਲੀ ਆ ਰਹੀ ਉਸ ਦੇ ਪਰਥਾਏ ਇਸ ਸਮਝਿਆ ਜਾਂਦਾ ਹੈ, ਜਾਣਿਆ ਜਾਂਦਾ ਹੈ। ਤਾਂ ਗੁਰੂ ਪਿਆਰੇ ਸਾਧ ਸਿੰਘ ਜੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਔਰ ਸੰਸਥਾਪਕ ਬਾਬਾ ਬੰਤਾ ਰਾਮ ਖੇੜਾ ਜੀ, ਜਿਨ੍ਹਾਂ ਨੇ ਆਦਿ ਧਰਮ ਮੰਡਲ ਤੋਂ ਉਪਰੰਤ 1960 ਦੇ ਵਿੱਚ ਆਦਿ ਧਰਮ ਮਿਸ਼ਨ ਮੁੜ ਸੁਰਜੀਤ ਕੀਤਾ ਹੈ। ਤਾਂ ਗੁਰੂ ਪਿਆਰੇ ਸਾਧ ਸਿੰਘ ਜੀ ਇਸ ਮਿਸ਼ਨ ਦਾ ਇੱਕੋ ਇੱਕ ਏਮ ਸੀ ਕਿ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸਿਕ ਧਰਮ ਸਥਾਨਾਂ ਦੀ ਖੋਜ ਕਰਕੇ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਦੀਦਾਰ ਕਰਾਉਣਾ ਹੈ। ਤੇ ਗੁਰੂ ਪਿਆਰੇ ਸਾਧ ਸਿੰਘ ਜੀ ਬਾਬਾ ਬੰਤਾ ਰਾਮ ਖੇੜਾ ਜੀ ਨੇ ਸਭ ਤੋਂ ਪਹਿਲਾਂ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਗਟ ਹੋਏ, ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਜਨਮ ਅਵਤਾਰ ਧਾਰਨ ਕੀਤਾ ਹੈ, ਉਸ ਸਥਾਨ ਦੀ ਖੋਜ ਮਈ 1964 ਦੇ ਵਿੱਚ ਕਰਕੇ ਸੰਗਤਾਂ ਨੂੰ ਉਹਦੇ ਦਰਸ਼ਨ ਦੀਦਾਰ ਕਰਾਏ। ਅੱਜ ਕਰੋੜਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਸੰਗਤਾਂ ਸ੍ਰੀ ਗੋਬਿੰਦਪੁਰ ਜਾ ਕਰ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦੀਆਂ ਨੇ। ਇਹ ਬਾਬਾ ਬੰਤਾ ਰਾਮ ਖੇੜਾ ਜੀ ਦੀ ਇਕੱਲਿਆਂ ਨੇ ਹੀ ਖੋਜ ਕੀਤੀ ਹੈ। ਇਸ ਖੋਜ ਦੇ ਵਿੱਚ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਤ ਦਾ, ਕਿਸੇ ਵੀ ਵਿਦਵਾਨ ਦਾ ਕੋਈ ਵੀ ਰੱਤੀ ਭਰ ਵੀ ਯੋਗਦਾਨ ਨਹੀਂ ਹੈ। ਇਸ ਲਈ ਗੁਰੂ ਪਿਆਰੇ ਸਾਧ ਸਿੰਘ ਜੀ ਬਾਬਾ ਬੰਤਾ ਰਾਮ ਖੇੜਾ ਜੀ ਨੇ 1993 ਤੱਕ ਉੱਥੇ ਦੀ ਸਾਂਭ ਸੰਭਾਲ ਕੀਤੀ ਹੈ। ਪਰ ਉਸ ਤੋਂ ਉਪਰੰਤ ਬਾਬਾ ਬੰਤਾ ਰਾਮ ਖੇੜਾ ਜੀ ਹੋਰ ਖੋਜਾਂ ਦੇ ਵਿੱਚ ਡਟ ਗਏ। ਜਿੱਥੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਆਪਣੇ ਮੁਬਾਰਕ ਕਦਮ ਰੱਖੇ, ਜਿੱਥੇ ਬੈਠ ਕੇ ਗੁਰੂ ਪਾਤਸ਼ਾਹ ਨੇ ਬਾਣੀ ਦਾ ਉਚਾਰਨ ਕੀਤਾ ਹੈ, ਇਹ ਸਾਰੇ ਸਥਾਨਾਂ ਦੀ ਖੋਜ ਕਰਨ ਦੇ ਲਈ ਗੁਰੂ ਪਾਤਸ਼ਾਹ ਦੀ ਆਸ਼ੀਰਵਾਦ ਲੈ ਕੇ ਅੱਗੇ ਚੱਲ ਪਏ। ਗੁਰੂ ਪਿਆਰੇ ਸਾਧ ਸਿੰਘ ਜੀ ਜਿਸ ਸਥਾਨ 'ਤੇ ਅੱਜ ਸੰਗਤਾਂ ਦਾ ਬੜਾ ਇਕੱਠ ਹੁੰਦਾ ਹੈ, ਸੰਗਤਾਂ ਬੜੀ ਸ਼ਰਧਾ ਦੇ ਨਾਲ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ। ਸ਼੍ਰੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸਾਹਿਬ ਸ਼੍ਰੀ ਖੁਰਾਲਗੜ੍ਹ। ਅੱਜ ਇਸ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ ਜਾਏਗਾ ਕਿ ਮਈ 1983 ਦੇ ਵਿੱਚ ਇਸ ਇਤਿਹਾਸਿਕ ਧਰਮ ਸਥਾਨ ਦੀ ਖੋਜ ਬਾਬਾ ਬੰਤਾ ਰਾਮ ਖੇੜਾ ਜੀ ਨੇ ਕੀਤੀ ਹੈ। ਜਦੋਂ ਬਾਬਾ ਬੰਤਾ ਰਾਮ ਖੇੜਾ ਜੀ ਦੇ ਕੋਲ ਇਹ ਇਤਿਹਾਸ ਪ੍ਰਾਪਤ ਹੋਇਆ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਚਰਨਛੋਹ ਗੰਗਾ ਲੱਭ ਲਈਏ। ਤਾਂ ਕਿਤੇ ਵੀ ਉਹਨਾਂ ਨੂੰ ਇਹ ਸਥਾਨ ਲੱਭਣ ਦੇ ਵਿੱਚ ਬੜੀ ਦਿੱਕਤ ਆਈ, ਬੜੀ ਮੁਸ਼ਕਲ ਆਈ, ਪਰ ਨਹੀਂ ਮਿਲ ਰਿਹਾ ਸੀ। ਅਚਾਨਕ ਮੌਜੂਦਾ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ, ਉਸ ਮੌਕੇ ਉਹਨਾਂ ਨੂੰ ਸ਼ਿੰਦਾ ਭਾਜੀ ਕਹਿ ਕੇ ਸੰਗਤਾਂ ਜਾਣਦੀਆਂ ਸਨ। ਗੁਰੂ ਪਿਆਰੇ ਸਾਧ ਸਿੰਘ ਸੰਤ ਸੁਰਿੰਦਰ ਦਾਸ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਤੇ ਉਹਨਾਂ ਨੂੰ ਬਨਾਰਸ ਜਾਣ ਦਾ ਮੌਕਾ ਮਿਲਿਆ। ਬਨਾਰਸ ਜਾ ਕੇ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹਿਆ ਤੇ ਸੰਤ ਸੁਰਿੰਦਰ ਦਾਸ ਜੀ ਨੇ ਉਸ ਮੌਕੇ ਜਿਹੜੇ ਜਨਰਲ ਸੈਕਟਰੀ ਸਨ ਗੁਰਦਾਸ ਰਾਮ ਭਾਰਦਵਾਜ ਜੀ, ਜਿਹੜੇ ਟਾਂਡੇ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਆਖਿਆ ਕਿ ਸੈਕਟਰੀ ਸਾਹਿਬ ਭਾਰਦਵਾਜ ਜੀ, ਆ ਜੋ ਮੈਂ ਰਾਤ ਇੱਥੇ ਤੁਹਾਡੇ ਸ਼ਰਨ ਦੇ ਵਿੱਚ ਬੈਠ ਕਰ ਇਤਿਹਾਸ ਪੜ੍ਹਿਆ, ਤੁਸੀਂ ਕਾਂਸ਼ੀ ਤੇ ਪੰਜਾਬ ਦੇ ਵਿੱਚੋਂ ਆ ਕੇ ਲੱਭ ਲਈ, ਇਹ ਇਤਿਹਾਸਿਕ ਧਰਮ ਸਥਾਨ ਤੇ ਲੱਭ ਲਿਆ, ਪਰ ਇਹ ਪੰਜਾਬ ਦੇ ਵਿੱਚ ਹੈ ਔਰ ਪੰਜਾਬ ਦਾ ਸਥਾਨ ਕਿਉਂ ਨਹੀਂ ਲੱਭਿਆ? ਤੇ ਉਹਨਾਂ ਨੇ ਜਵਾਬ ਦਿੱਤਾ ਕਿ ਭਾਈ ਅਸੀਂ ਤੇ 3-4 ਸਾਲ ਤੋਂ ਨਿਰੰਤਰ ਇਸ ਦੀ ਖੋਜ ਵਿੱਚ ਲੱਗੇ ਹੋਏ ਹਾਂ, ਪਰ ਮਿਲ ਨਹੀਂ ਰਿਹਾ। ਤੇ ਸੰਤ ਸੁਰਿੰਦਰ ਦਾਸ ਜੀ ਨੇ ਉਹਨਾਂ ਨੂੰ ਬੜੇ ਫਖਰ ਨਾਲ ਕਿਹਾ ਕਿ ਇਸ ਸਥਾਨ ਦੇ ਬਾਰੇ ਮੈਨੂੰ ਪਤਾ ਹੈ, ਮੈਂ ਤੁਹਾਨੂੰ ਇਸ ਸਥਾਨ 'ਤੇ ਲੈ ਕੇ ਜਾਵਾਂਗਾ। ਤੇ ਉਸੇ ਵਕਤ ਗੁਰਦਾਸ ਰਾਮ ਭਾਰਦਵਾਜ ਜੀ ਨੇ ਗੁਰੂ ਪਿਆਰੇ ਸਾਧ ਸੰਗਤ ਬਾਬਾ ਬੰਤਾ ਰਾਮ ਖੇੜਾ ਜੀ ਨੂੰ ਮਿਲਾਇਆ ਤਾਂ ਉਹਨਾਂ ਨੂੰ ਦੱਸਿਆ ਕਿ ਸੁਰਿੰਦਰ ਦਾਸ ਕਹਿ ਰਹੇ ਹੈ ਕਿ ਖੁਰਾਲਗੜ੍ਹ ਦੇ ਚਰਨਛੋਹ ਗੰਗਾ ਦਾ ਮੈਨੂੰ ਪਤਾ ਹੈ। ਤੇ ਗੁਰੂ ਪਿਆਰੇ ਸਾਧ ਸੰਗਤ ਸੰਤ ਸੁਰਿੰਦਰ ਦਾਸ ਜੀ ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਦੇ ਨਾਲ ਸੰਤ ਬ੍ਰਹਮਲੀਨ ਸੰਤ ਸੋਹਣ ਲਾਲ ਜੀ, ਜਿਹੜੇ ਕਿ ਪਹਿਲਾਂ ਪ੍ਰਚਾਰਕ ਹੋਇਆ ਕਰਦੇ ਸਨ, ਉਹਨਾਂ ਨੂੰ ਨਾਲ ਲੈ ਕੇ ਇਸ ਸਥਾਨ 'ਤੇ ਪਹੁੰਚੇ। ਸਾਰੇ ਜਿਹੜੇ ਤੱਥ ਸਿਧਾਂਤ ਸੀ ਉਹ ਪ੍ਰਾਪਤ ਕੀਤੇ ਤੇ ਗੁਰੂ ਪਿਆਰੇ ਸਾਧ ਸੰਗਤ ਮਈ 1983 ਦੇ ਵਿੱਚ ਇਸ ਦੀ ਖੋਜ ਹੋਈ ਹੈ। ਔਰ ਮਈ 1983 'ਚ ਖੋਜ ਹੋਣ ਦੇ ਬਾਵਜੂਦ ਵੀ ਅਸੀਂ ਚਰਨਛੋਹ ਗੰਗਾ 'ਤੇ ਕੁਝ ਵੀ ਨਹੀਂ ਕਰ ਸਕੇ, ਕਿਉਂਕਿ ਇੱਕ ਘਟਨਾ ਵਾਪਰੀ ਇੱਥੇ 13 ਅਪ੍ਰੈਲ 1985 ਨੂੰ।
ਬਾਬਾ ਬੰਤਾ ਰਾਮ ਘੇੜਾ ਜੀ ਨੇ ਇੱਥੇ ਮੇਲਾ ਲਗਾਇਆ ਕਿ ਅਸੀਂ ਇਸ ਸਾਲ ਜਿਹੜਾ ਮੇਲਾ ਹੈ ਉਹ ਚਰਨ ਛੋਹ ਗੰਗਾ ਤੇ ਲਗਾਇਆ ਜਾਏਗਾ। ਤਾਂ ਗੁਰੂ ਪਿਆਰੀ ਸਾਧ ਸੰਗੀ, ਮੇਲੇ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ, ਇੰਤਜ਼ਾਮ ਕੀਤੇ ਗਏ। ਸਾਰੀਆਂ ਸੰਗਤਾਂ ਨੂੰ ਪਾਂਫਲੇਟ ਰਾਹੀਂ, ਸੁਨੇਹਾ ਰਾਹੀਂ ਤੇ ਆਪ ਜਾ ਕੇ ਸੰਪਰਕ ਕਰਕੇ ਸੰਗਤਾਂ ਨੂੰ ਜਾਣੂ ਕਰਾਇਆ ਕਿ ਇਸ ਵਾਰ ਮੇਲਾ 13 ਅਪ੍ਰੈਲ 1985 ਦਾ ਜਿਹੜਾ ਹੈ ਉਹ ਚਰਨ ਛੋਹ ਗੰਗਾ ਤੇ ਲੱਗੇਗਾ। ਸੰਤ ਮਹਾਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਉਪਦੇਸ਼ ਸ਼੍ਰੀ ਚਰਨ ਛੋਹ ਗੰਗਾ ਤੋਂ ਹੀ ਦੇਣਗੇ। ਤਾਂ ਗੁਰੂ ਪਿਆਰੇ ਸਾਧ ਸੰਗੀ, ਚਰਨ ਛੋਹ ਗੰਗਾ ਤੇ ਬੜੇ ਵੱਡੇ ਪ੍ਰਬੰਧ ਕੀਤੇ ਗਏ, ਲੰਗਰਾਂ ਦੇ ਪ੍ਰਬੰਧ ਕੀਤੇ, ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ, ਸਾਰੇ ਵਾਸਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਪੂਰੇ ਇੰਤਜ਼ਾਮ ਕੀਤੇ ਗਏ। ਮੇਲਾ ਪੂਰੀ ਤਰ੍ਹਾਂ ਭਰ ਚੁੱਕਿਆ ਸੀ। ਸੰਤ ਮਹਾਪੁਰਸ਼ ਬਾਣੀ ਦਾ ਪ੍ਰਚਾਰ ਕਰ ਰਹੇ ਸਨ, ਸੰਗੀਤਕਾਰ ਆਪਣੇ ਢੰਗ ਦੇ ਨਾਲ ਸੰਗੀਤ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਸੀ। ਤੋ ਗੁਰੂ ਪਿਆਰੇ ਸਾਧ ਸੰਗੀ, ਇਸ ਇਲਾਕੇ ਦੇ ਅਭਿਮਾਨੀ ਤੇ ਹੰਕਾਰੀ ਲੋਕਾਂ ਨੇ ਸੰਗਤ ਬੈਠੀ ਦੇ ਉੱਤੇ ਹਮਲਾ ਕਰ ਦਿੱਤਾ। ਸੰਗਤਾਂ ਅਨਭੋਲ ਸਨ, ਹਫੜਾ ਦਫੜੀ ਮਚ ਗਈ ਤੇ ਗੁਰੂ ਪਿਆਰੇ ਸਾਹਿਬ ਬਹੁਤ ਸਾਰੇ ਉਸ ਵੇਲੇ ਸੰਗਤਾਂ ਜ਼ਖਮੀ ਵੀ ਹੋਈਆਂ। ਤੇ ਇੱਕ ਇਨਸਾਨ ਨੇ ਉਸ ਸਾਰੇ ਕ੍ਰਿਸ਼ਮੇ ਨੂੰ ਦੇਖਿਆ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸਿਕ ਧਰਮ ਸਥਾਨ ਹੈ। ਸਤਿਗੁਰੂ ਰਵਿਦਾਸ ਮਹਾਰਾਜ ਦੀ ਨਾਮ ਲੇਵਾ ਸੰਗਤਾਂ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੋ ਰਹੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਗਟ ਕੀਤੀ ਹੋਈ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਸਫਲ ਕਰ ਰਹੇ ਹੈ। ਤੇ ਐਸਾ ਕਿਉਂ, ਇੱਥੋਂ ਕਿਉਂ ਰੋਕਿਆ ਗਿਆ? ਤਾਂ ਗੁਰੂ ਪਿਆਰੇ ਸਾਧ ਸੰਗਤ, ਉਸ ਇਨਸਾਨ ਨੇ ਫਿਰ ਕਸਮ ਖਾਧੀ ਕਿ ਅਸੀਂ ਇਸ ਸਥਾਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਿਸ਼ਾਨ ਚਿੰਨ੍ਹ ਬਣਾ ਕੇ ਸੰਗਤਾਂ ਨੂੰ ਜ਼ਰੂਰ ਗੁਰੂ ਚਰਨਾਂ ਦੇ ਨਾਲ ਜੋੜਾਂਗੇ। ਤਾਂ ਗੁਰੂ ਪਿਆਰੇ ਸਾਧ ਸੰਗਤ, ਉਹਨਾਂ ਨੇ ਹੌਲੀ ਹੌਲੀ ਇਹ ਜ਼ਮੀਨ ਬੜੇ ਢੰਗ ਦੇ ਨਾਲ ਖਰੀਦੀ। 306 ਕਨਾਲ 8 ਮਰਲੇ। ਉਹ ਮਹਾਪੁਰਸ਼ ਪਿੰਡ ਮੀਰਪੁਰ ਜੱਟਾਂ ਦੇ ਰਹਿਣ ਵਾਲੇ, ਜ਼ਿਲ੍ਹਾ ਨਵਾਂ ਸ਼ਹਿਰ, ਸ਼੍ਰੀ ਮਹਿੰਦਰਪਾਲ ਚੁੰਬਰ ਜੀ ਹਨ, ਜਿਨ੍ਹਾਂ ਨੇ 306 ਕਨਾਲ 8 ਮਰਲੇ ਜ਼ਮੀਨ ਖਰੀਦ ਕੇ 4 ਜਨਵਰੀ 2005 ਨੂੰ ਸਾਰੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਸਥਾ ਨੂੰ ਬੁਲਾ ਕੇ, ਵਰਕਰਾਂ ਨੂੰ ਬੁਲਾ ਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸੱਦਾ ਦਿੱਤਾ, ਜਿਨ੍ਹਾਂ ਵਿੱਚ ਇਹਦੀ ਰਜਿਸਟਰੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿਸਟਰਡ ਭਾਰਤ S4698 ਦੇ ਨਾਂ ਦੇ ਉੱਤੇ ਇਹਦੀ ਰਜਿਸਟਰੀ ਨਰੋਲ ਚਮਾਰ ਕੌਮ ਦੇ ਨਾਂ ਦੇ ਉੱਤੇ ਕਰਵਾਈ। ਤਾਂ ਗੁਰੂ ਪਿਆਰੀ ਸਾਧ ਸੰਗਤ, ਫਿਰ 1 ਜਨਵਰੀ 2006 ਨੂੰ ਦਾਸ ਦੇ ਇੱਥੇ ਸੇਵਾ ਲੱਗੀ ਕਿ ਤੁਸੀਂ ਇੱਥੇ ਪ੍ਰਚਾਰ ਕਰਿਆ ਕਰਨਾ, ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜਨਾ। ਤੇ ਸੰਤ ਸੁਰਿੰਦਰ ਦਾਸ ਜੀ ਸਾਡੇ ਨਾਲ ਸਨ। ਤਾਂ ਗੁਰੂ ਪਿਆਰੇ ਸਾਧ ਸੰਗਤ, ਅਸੀਂ ਪ੍ਰਚਾਰ ਕੀਤਾ। ਪ੍ਰਚਾਰ ਕਰਦਿਆਂ 2009 ਦੇ ਵਿੱਚ ਸੰਤ ਸਤਵਿੰਦਰ ਹੀਰਾ ਜੀ ਦੇ ਨਾਲ ਮਿਲਾਪ ਹੋਇਆ। ਉਹਨਾਂ ਨੇ ਇਸ ਸੰਸਥਾ ਦੀ ਬਾਗਡੋਰ ਸਾਰੇ ਹੀ ਵਰਕਰਾਂ ਨੇ ਸਮਝ ਸੋਚ ਕੇ ਉਹਨਾਂ ਦੇ ਹੱਥ ਫੜਾ ਦਿੱਤੀ। ਤੇ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਇੱਕ ਐਸੀ ਚੇਨ ਬੰਨ੍ਹੀ ਔਰ ਐਸਾ ਸਿਸਟਮ ਤਿਆਰ ਕੀਤਾ ਜਿਹਦੇ ਨਾਲ ਚਰਨ ਛੋਹ ਗੰਗਾ ਦਾ ਅੱਜ ਨਾਮ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਹੀ ਬੜੇ ਸਤਿਕਾਰ ਸਹਿਤ ਲਿਆ ਜਾਂਦਾ, ਜਾਣਿਆ ਜਾਂਦਾ ਹੈ। ਸੰਤ ਸਤਵਿੰਦਰ ਹੀਰਾ ਜੀ ਦੀ ਬਦੌਲਤ ਅੱਜ ਚਰਨ ਛੋਹ ਗੰਗਾ ਦਾ ਨਾਮ ਹੈ। ਤਾਂ ਗੁਰੂ ਪਿਆਰੇ ਸਾਧ ਸੰਗਤ ਜੀ, ਜੋ ਵੀ ਚਰਨ ਛੋਹ ਗੰਗਾ ਤੇ ਆਪ ਸੰਗਤਾਂ ਜਾ ਕਰ ਦੇਖਦੀਆਂ, ਇਹ ਕਿਸੇ ਵਿਅਕਤੀ ਦੀ ਦੇਣ ਨਹੀਂ ਹੈ, ਇਹ ਸਮੁੱਚੀ ਸੰਗਤ ਦੀ ਦੇਣ ਹੈ। ਇੱਕ ਕੱਖਾਂ ਦੀ ਕੁੱਲੀ ਤੋਂ ਅੱਜ ਵੱਡਾ ਹਾਲ ਵੀ ਸਤਸੰਗ ਹਾਲ ਬਣ ਗਿਆ ਹੈ, ਦਰਬਾਰ ਸਾਹਿਬ ਬਣਿਆ, ਕਮਰੇ ਬਣੇ ਹੈ। ਚਰਨ ਛੋਹ ਗੰਗਾ ਬੜੇ ਸੁਚੱਜੇ ਢੰਗ ਨਾਲ ਪੱਕੀ ਔਰ ਉੱਥੇ ਇਸ਼ਨਾਨ ਘਰ ਵੀ ਵਧੀਆ ਢੰਗ ਨਾਲ ਬਣਾਏ ਗਏ। ਇਹ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਨਾਲ ਹੋਇਆ, ਸੰਗਤਾਂ ਹੀ ਕਰ ਰਹੀਆਂ ਨੇ, ਸੰਗਤਾਂ ਲਿਆ ਰਹੀਆਂ ਨੇ, ਸੰਗਤਾਂ ਹੀ ਬਣਾ ਰਹੀਆਂ ਨੇ। ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਬੜੀ ਸੁਚੱਜੀ ਜਿਹੜੀ ਸੋਚ ਹੈ, ਜਿਹੜਾ ਸੁਚੱਜਾ ਸਿਸਟਮ, ਜਿਹੜੀ ਉਹਨਾਂ ਨੇ ਚੈਨ ਸੰਤ ਸਤਵਿੰਦਰ ਹੀਰਾ ਜੀ ਨੇ ਬਣਾਈ ਹੈ, ਉਹਦੀ ਬਦੌਲਤ ਹੈ। ਤਾਂ ਗੁਰੂ ਪਿਆਰੇ ਸਾਧ ਸੰਗਤ, ਅੱਜ ਆਲ ਇੰਡੀਆ ਆਦਿ ਧਰਮ ਮਿਸ਼ਨ ਇਸ ਗੱਲ ਤੇ ਵਚਨਬੱਧ ਹੈ ਕਿ ਜਿੱਥੇ ਜਿੱਥੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਨੇ ਮੁਬਾਰਕ ਕਦਮ ਰੱਖੇ, ਉਹਨਾਂ ਧਾਰਮਿਕ ਸਥਾਨਾਂ ਦੀ ਖੋਜ ਕਰਨੀ ਹੈ। ਜਿਹੜੇ ਬਾਬਾ ਬੰਤਾ ਰਾਮ ਘੇੜਾ ਜੀ ਨੇ ਇੱਕ ਚਾਰਟ ਤਿਆਰ ਕਰਕੇ ਦਿੱਤਾ ਕਿ ਇੱਥੇ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਗਏ, ਉਹ ਲਿਖਤੀ ਰੂਪ ਦੇ ਵਿੱਚ ਹੈ। ਉਹਦੇ ਮੁਤਾਬਕ ਸੰਤ ਸਤਵਿੰਦਰ ਹੀਰਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਉਹਨਾਂ ਸਥਾਨਾਂ ਤੇ ਜਾ ਕੇ ਤੱਥ ਟੋਲਦੀ ਹੈ, ਲੱਭਦੀ ਹੈ
ਤੇ ਤੱਥਾਂ ਦੇ ਆਧਾਰ ਤੇ ਉਹਨਾਂ ਸਥਾਨਾਂ ਦੀ ਖੋਜ ਕਰਦੀ ਹੈ। ਜਿਵੇਂ ਲੈਂਡ ਆਫ ਅਲੋਰਾ, ਕੰਨਿਆ ਕੁਮਾਰੀ ਦੇ ਨਜ਼ਦੀਕ ਲੈਂਡ ਆਫ ਅਲੋਰਾ ਹੈ, ਟੂਟੀ ਕੋਰੀਅਨ ਸਟੇਸ਼ਨ ਪੈਂਦਾ ਹੈ। ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਮੁਬਾਰਕ ਕਦਮ ਰੱਖੇ। ਜਦੋਂ ਉੱਥੇ ਗੁਰੂ ਪਾਤਸ਼ਾਹ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਖ ਨਾਦ ਦੇ ਨਾਲ ਆਵਾਜ਼ ਦਿੱਤੀ ਕਿ ਆਓ ਭਾਈ ਆਪਾਂ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਤੇ ਗੁਰੂ ਪਿਆਰੇ ਸਾਧ ਸੰਗਤ ਉੱਥੋਂ ਦੇ ਬ੍ਰਾਹਮਣਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਸੰਖ ਵਜਾਉਣ ਤੋਂ ਰੋਕਿਆ ਗਿਆ। ਤੇ ਉਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਵਰਦਾਨ ਦਿੱਤਾ ਉਸ ਧਰਤੀ ਨੂੰ ਕਿ ਭਾਈ ਅੱਜ ਤੁਸੀਂ ਮੈਨੂੰ ਸੰਖ ਵਜਾਉਣ ਤੋਂ ਰੋਕਦੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਇਸ ਸਥਾਨ ਦੇ ਇਰਦ ਗਿਰਦ ਜਿੰਨੇ ਵੀ ਬ੍ਰਿਕਸ਼ ਹਨ, ਦਰਖਤ ਹਨ, ਪੇੜ ਹਨ, ਇਹ ਵੀ ਸੰਖ ਵਜਾਇਆ ਕਰਨਗੇ, ਤੁਸੀਂ ਕਿਸ ਨੂੰ ਰੋਕੋਗੇ। ਤਾਂ ਅੱਜ ਗੁਰੂ ਪਿਆਰੇ ਸਾਧ ਸੰਗਤ ਇਹ ਅਸੀਂ ਪ੍ਰਤੱਖ ਜਿਹੜਾ ਕ੍ਰਿਸ਼ਮਾ ਅੱਜ ਵੀ ਦੇਖ ਰਹੇ ਹਾਂ। ਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਕੁੰਡੀ ਹੈ, ਜਿਹੜੀ ਕਿ ਜ਼ਮੀਨ ਤੋਂ 400 ਫੁੱਟ ਉੱਚੀ ਗੁਰੂ ਰਵਿਦਾਸ ਦੀ ਕੁੰਡੀ ਹੈ। ਉਹਦੀ ਖੋਜ ਕੀਤੀ ਗਈ। ਜੂਨਾਗੜ੍ਹ ਦੀ ਖੋਜ ਕੀਤੀ ਗਈ। ਲੋਟਣੀਆਂ ਜਿਹੜਾ ਬਿਹਾਰ ਦੇ ਵਿੱਚ ਪੈਂਦਾ ਹੈ, ਜ਼ਿਲ੍ਹਾ ਬੰਕਾ ਦੇ ਵਿੱਚ, ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਸੀ। ਦੂਧ ਤਾ ਵਛਰੇ ਥਨੋ ਬਟਾਰਿਓ, ਫੂਲ ਭਮਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ। ਮੈਲਾ ਗਰਵੇਰੇ ਹੈ ਭੰਗਾ, ਵਿਖ ਅੰਮ੍ਰਿਤ ਬਸ ਇੱਕ ਸੰਗਾ, ਧੂਪ ਦੀਪ ਨਹੀਂ ਵੇਦਾ ਵਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਤਨ ਮਨ ਅਰਪਉ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ, ਪੂਜਾ ਅਰਚਾ ਆਹੇ ਨਾ ਤੋਰੇ, ਕਹਿ ਰਵਿਦਾਸ ਕਬਨ ਗਤ ਮੋਰੇ। ਗੁਰੂ ਪਿਆਰੇ ਸਾਧ ਸੰਗਤ ਉਸ ਸਥਾਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਜਿੰਨੀ ਵੀ ਬਨਾਸਪਤੀ ਹੈ, ਇਹ ਜਿੰਨੇ ਵੀ ਅਸੀਂ ਸਮੱਗਰੀ ਪ੍ਰਭੂ ਪਰਮੇਸ਼ਰ ਦੀ ਪੂਜਾ ਵਾਸਤੇ ਲੈ ਕੇ ਜਾਂਦੇ, ਇਹ ਤੇ ਸਾਰੀ ਦੀ ਸਾਰੀ ਝੂਠੀ ਹੈ। ਤਾਂ ਗੁਰੂ ਪਿਆਰੇ ਸਾਧ ਸੰਗਤ ਇਹ ਇਤਿਹਾਸ ਬੋਲਦਾ ਹੈ, ਔਰ ਅਸੀਂ ਅੱਖੀ ਵੀ ਜਾ ਕਰ ਦੇਖਿਆ ਕਿ 110 ਕਿਲੋਮੀਟਰ ਤੋਂ ਗੰਗਾ ਜਲ ਲਿਆਇਆ ਜਾਂਦਾ ਹੈ ਔਰ ਦੇਵਨਗਰ ਦੇਵਤੇ ਦੇ ਚੜਾਇਆ ਜਾਂਦਾ ਹੈ। 110 ਕਿਲੋਮੀਟਰ ਪੈਦਲ ਚੱਲ ਕੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਉਹ ਜਲ ਲੈ ਕੇ ਆਉਂਦੀਆਂ ਨੇ। ਤਾਂ ਗੁਰੂ ਪਿਆਰੇ ਸਾਧ ਸੰਗਤ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਸਾਰੀਆਂ ਸੰਗਤਾਂ ਨੂੰ ਸਮਝਾਇਆ ਕਿ ਜਿਹੜਾ ਜਲ ਤੁਸੀਂ ਸੁੱਚਾ ਮੰਨਦੇ ਹੋ, ਇਹ ਸੁੱਚਾ ਨਹੀਂ ਹੈ, ਇਹ ਤੇ ਮਛਲੀਆਂ ਨੇ, ਹੋਰ ਜੋ ਜਲ ਦੇ ਵਿੱਚ ਜੀਵ ਜੰਤੂ ਹੈ, ਉਹਨਾਂ ਦਾ ਝੂਠਾ ਕੀਤਾ ਹੋਇਆ, ਭਗਵਾਨ ਨੂੰ ਤੁਸੀਂ ਝੂਠਾ ਜਲ ਚੜਾ ਰਹੇ ਹੋ। ਤੁਸੀਂ ਉਪਦੇਸ਼ ਦੇ ਕੇ ਗੁਰੂ ਪਾਤਸ਼ਾਹ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ। ਉਸ ਸਥਾਨ ਦੀ ਖੋਜ ਵੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਉਹਨਾਂ ਦੀ ਟੀਮ ਨੇ ਕੀਤੀ ਹੈ। ਤਾਂ ਗੁਰੂ ਪਿਆਰੇ ਸਾਹਿਬ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਡੰਡਾ ਪਿੰਡ ਹੈ। ਡੰਡਾ ਪਿੰਡ ਬਾਘਾ ਬਾਰਡਰ ਅਟਾਰੀ ਦੇ ਕੋਲ ਪੈਂਦਾ ਹੈ, ਜਿੱਥੇ ਦੀ ਖੋਜ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕੀਤੀ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਖੋਜ ਕੀਤੀ ਹੈ। ਹੁਣ ਹਿਮਾਚਲ ਦੇ ਵਿੱਚ ਇੱਕ ਹੋਰ ਬਹੁਤ ਮਹਾਨ ਸਥਾਨ ਹੈ ਸਤਿਗੁਰੂ ਰਵਿਦਾਸ ਦਾ, ਜਿਹਦੀ ਖੋਜ ਲਗਭਗ ਹੋ ਚੁੱਕੀ ਹੈ, ਸਿਰਫ ਐਲਾਨ ਕਰਨਾ ਬਾਕੀ ਹੈ। ਜਦੋਂ ਪੂਰਾ ਇਤਿਹਾਸ ਮਿਲ ਜਾਏਗਾ ਆਪ ਦੇ ਉੱਥੇ ਦੇ ਵੀ ਦਰਸ਼ਨ ਕਰਾਏ ਜਾਣਗੇ। ਡਲਹੌਜ਼ੀ ਵਿਖੇ ਗੁਰੂ ਪਾਤਸ਼ਾਹ ਨੇ ਆਪਣੇ ਮੁਬਾਰਕ ਕਦਮ ਰੱਖ ਕੇ ਸੰਗਤਾਂ ਨੂੰ ਆਸ਼ੀਰਵਾਦ ਬਖਸ਼ਿਸ਼ ਕੀਤਾ। ਤਾਂ ਗੁਰੂ ਪਿਆਰੇ ਸਾਧ ਸੰਗਤ ਇਹ ਸਾਰਾ ਇਤਿਹਾਸ ਜਿਹੜਾ ਹੈ, ਇਹ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾਈ ਹੈ ਔਰ ਇਸ ਵਚਨ ਤੇ ਵਚਨਬੰਦ ਹੈ ਕਿ ਜਿੱਥੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਨੇ ਮੁਬਾਰਕ ਕਦਮ ਰੱਖੇ ਹੈ, ਉਹਨਾਂ ਇਤਿਹਾਸਿਕ ਧਰਮ ਸਥਾਨਾਂ ਦੀ ਖੋਜ ਕਰਕੇ ਸੰਗਤਾਂ ਨੂੰ ਉਹਨਾਂ ਦੇ ਨਾਲ ਜੋੜਨਾ ਔਰ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਦੀਦਾਰ ਕਰਾਉਣੇ ਹੈ। ਇਹ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦਾ ਸੁਪਨਾ ਹੈ। ਸੰਤ ਸੁਰਿੰਦਰ ਦਾਸ ਜੀ, ਸੰਤ ਜਗਵਿੰਦਰ ਲਾਂਬਾ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਹੈੱਡ ਕੈਸ਼ੀਅਰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸ਼੍ਰੀਮਾਨ ਅਮਿਤਪਾਲ ਜੀ, ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਰਹੇ ਹੈ। ਉਹ ਦਿਨ ਰਾਤ ਉਹਨਾਂ ਦੇ ਨਾਲ ਲੱਗ ਕੇ ਗੁਰੂ ਪਾਤਸ਼ਾਹ ਦੇ ਇਤਿਹਾਸਕ ਧਰਮ ਸਥਾਨਾਂ ਦੀ ਖੋਜ ਕਰ ਰਹੇ। ਸੰਤ ਕਰਮਚੰਦ ਜੀ, ਸੰਤ ਗਰਦਾਰੀ ਜੀ ਗੁਰੂ ਪਾਤਸ਼ਾਹ ਦੇ ਇਸ ਕਾਰ ਦੇ ਵਿੱਚ ਯੋਗਦਾਨ ਪਾ ਰਹੇ। ਸਾਰੀਆਂ ਸੰਗਤਾਂ ਬੜੇ ਸਤਿਕਾਰ ਦੇ ਰਹੀਆਂ ਨੇ। ਇਸ ਸਤਿਕਾਰ ਦਾ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਹੋਏ ਸਾਰੀਆਂ ਸੰਗਤਾਂ ਤੋਂ ਰਜਾ ਲੈਂਦੇ। ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਮੂਹ ਆਲ ਇੰਡੀਆ ਦੇ ਧਰਮ ਮਿਸ਼ਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਕਾਰ ਸੇਵਾ ਆਰੰਭ ਹੈ। ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਪਾਤਸ਼ਾਹ ਨੇ ਆਪ ਜੀ ਨੂੰ ਸਮਰੱਥਾ ਬਖਸ਼ਿਸ਼ ਕੀਤੀ ਹੈ,
ਉਸ ਨੂੰ ਮੁੱਖ ਰੱਖ ਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦੇ ਹੋਏ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਦੇ ਹੋਏ ਜੇ ਆਪ ਜੀ ਦੇ ਪਾਸ ਸਤਿਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਹੈ ਤੇ ਉਸ ਦੇ ਵਿੱਚੋਂ ਕੁਝ ਨਾ ਕੁਝ ਦਸੌਂ ਕੱਢ ਕੇ ਗੁਰੂ ਪਾਤਸ਼ਾਹ ਦੇ ਕਾਰ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ, ਆਪਣੇ ਜਨਮ ਸਫਲ ਕਰੋ ਜੀ। ਪਾਥੜੀ ਤੋਂ ਗੁਰੂ ਘਰ ਲਈ ਮੁਫਤ ਗੱਡੀ ਸੇਵਾ। ਸੰਗਤ ਦੀ ਸਹੂਲਤ ਲਈ ਸ਼੍ਰੀ ਚਰਨ ਛੋਹ ਗੰਗਾ ਲਈ ਮੁਫਤ ਗੱਡੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਸੰਗਤਾਂ ਫਾਇਦਾ ਲੈ ਸਕਦੀਆਂ ਹਨ ਅਤੇ ਗੁਰੂ ਘਰ ਦੇ ਦਰਸ਼ਨ ਕਰ ਸਕਦੀਆਂ ਹਨ। ਸਿੰਘ ਸਭਾ ਗੁਰਦੁਆਰਾ ਗਾਲਾ ਮਸਕੜ ਉਸਮਾਨ ਤੇ ਅਜਮਾਨ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸ਼ਰਧਾ ਨਾਲ ਮਨਾਏ ਗਏ। ਇਸ ਮੌਕੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਆਨੰਦਪੁਰ ਸਾਹਿਬ, ਕਥਾਵਾਚਕ ਗਿਆਨੀ ਕੁਲਵਿੰਦਰ ਸਿੰਘ, ਸਰਬਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਸੰਤ ਬਾਬਾ ਜਗੀਰ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਪ੍ਰੇਮਪਾਲ ਸਿੰਘ ਖਾਲਸਾ, ਮਸਕੜ ਤੋਂ ਸਤਪਾਲ ਮਹੇ ਪ੍ਰਧਾਨ UAE ਅਤੇ ਮਹਾਨ ਸ਼ਖਸੀਅਤਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਗੁਰੂ ਕੇ ਲੰਗਰ ਅਟੁੱਟ ਵਰਤੇ। ਬਾਬਾ ਬੰਤਾ ਰਾਮ ਕੇੜਾ ਜੀ ਯਾਦਗਾਰ ਸੰਗੀਤ ਅਕੈਡਮੀ ਵਿੱਚ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਅਤੇ ਪੜ੍ਹਾਈ ਗੁਰੂ ਘਰ ਵੱਲੋਂ ਮੁਫਤ ਕਰਵਾਈ ਜਾਂਦੀ ਹੈ। ਲੋੜਵੰਦ ਬੱਚੇ ਇਸ ਦਾ ਫਾਇਦਾ ਉਠਾ ਸਕਦੇ ਹਨ। ਸੰਪਰਕ ਕਰੋ 9417 57352, 9814 13734, 9417 71144। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਤੁਸੀਂ ਆਪਣੀ ਰਾਏ ਇਹਨਾਂ ਨੰਬਰਾਂ ਤੇ ਦਿਓ। ਸਾਡੇ ਨੰਬਰ ਹਨ 9851 27630, 88727 52727, 97796 27888।